ਮੀਡੀਆ ਵੇਸ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਇਸ ਪ੍ਰੋਗਰਾਮ ਦੇ ਅੰਤਰਗਤ ਹਮੇਸ਼ਾ ਅਸੀਂ ਸਾਡੇ ਖੇਤਰੀ ਇਲਾਕੇ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਬਾਰੇ ਸਾਡੇ ਤਮਾਮ ਲਿਸਨਰਸ ਨੂੰ ਜਾਗਰੂਕ ਕਰਦੇ ਹਾਂ। ਔਰ ਖਾਸ ਤੌਰ ਦੇ ਉੱਤੇ ਪ੍ਰੋਗਰਾਮ ਉਹਨਾਂ ਲਈ ਮਨਸ਼ਾਹਿਤ ਪੇਸ਼ ਕੀਤੇ ਜਾਂਦੇ ਨੇ ਜਿਹੜੇ ਕਿਸੇ ਵੀ ਕਾਰਨ ਕਰਕੇ ਸਾਡੇ ਖੇਤਰੀ ਇਲਾਕੇ ਦੇ ਵਿੱਚ ਲੰਮੇ ਸਮੇਂ ਲਈ, ਥੋੜ੍ਹੇ ਸਮੇਂ ਲਈ ਜਾਂ ਫਿਰ ਪੰਛੀ ਝਾਤ ਮਾਰਨ ਲਈ ਪਹੁੰਚੇ ਹੋਏ ਨੇ, ਜਾਂ ਉਹ ਮਨ ਜਿਹੜੇ ਕਿ ਇਸ ਏਰੀਏ ਨੂੰ ਆਪਣਾ ਸਥਾਈ ਘਰ ਬਣਾਉਣਾ ਚਾਹੁੰਦੇ ਨੇ। ਸੋ ਉਹਨਾਂ ਦੀ ਜਾਣਕਾਰੀ ਦੇ ਨਿਮਿਤ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ। ਗੱਲ ਹੈ ਸਾਡੇ ਸ਼ਹਿਰ ਸਰੀ ਦੀ। ਸਰੀ ਦੇ ਵਿੱਚ ਨਿਰਸੰਦੇਹ ਇਸ ਵਕਤ ਪੂਰੇ ਕੈਨੇਡਾ ਭਰ ਦੇ ਵਿੱਚ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਭਾਵ ਹੈ ਕੈਨੇਡਾ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਮਿਊਨਿਸਪੈਲਿਟੀ, ਜਿਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਹਰ ਮਹੀਨੇ ਲੋਕ ਸਰੀ ਦੇ ਵਿੱਚ ਆਪਣਾ ਪੱਕਾ ਘਰ ਬਣਾਉਣ ਲਈ ਪਹੁੰਚਦੇ ਹੈ, ਜਿਨ੍ਹਾਂ ਦੀ ਗਿਣਤੀ ਮਹੀਨੇ ਦੇ ਵਿੱਚ 1000 ਵਿਅਕਤੀ ਤੋਂ ਉੱਪਰ ਹੈ ਔਰ ਕਈ ਮਹੀਨਿਆਂ ਦੇ ਵਿੱਚ ਤਾਂ 1200 ਤੋਂ ਵੀ ਉੱਪਰ ਜਾਂਦੀ ਹੈ। ਔਰ ਨਾਲ ਦੀ ਨਾਲ ਇਹਦੇ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਕਾਰਨ ਕੀ ਹੈ ਕਿ ਸਰੀ ਨੂੰ ਇੰਨਾ ਜ਼ਿਆਦਾ ਪਸੰਦੀਦਾ ਕੀਤਾ ਜਾਂਦਾ ਹੈ। ਲੋਅਰ ਮੇਨਲੈਂਡ ਦੇ ਵਿੱਚ ਖਾਸ ਤੌਰ ਦੇ ਉੱਤੇ ਸਰੀ ਨੂੰ ਹੀ ਲੋਕ ਜ਼ਿਆਦਾਤਰ ਆਪਣਾ ਘਰ ਕਿਉਂ ਬਣਾਉਣਾ ਚਾਹੁੰਦੇ ਨੇ। ਡਿਵੈਲਪਮੈਂਟ ਆ, ਜ਼ਿਆਦਾ ਚਾਂਸਿਸ ਨੇ, ਵੈਨਕੂਵਰ ਦੇ ਬਿਲਕੁਲ ਨੇੜੇ ਆ, ਸਿਰਫ ਔਰ ਸਿਰਫ ਫਰੇਜ਼ਰ ਰਿਵਰ ਟੱਪਣ ਤੋਂ ਉਪਰੰਤ ਖੇਤਰੀ ਇਲਾਕਾ ਪੱਧਰਾ ਹੈ, ਰਕਬਾ ਬਹੁਤ ਜ਼ਿਆਦਾ ਵੱਡਾ ਹੈ, ਵਸੋਂ ਨੂੰ ਹੈ ਜਿਹੜਾ ਆਪਣੇ ਆਪ ਦੇ ਵਿੱਚ ਖਪਾ ਸਕਦਾ ਹੈ। ਨਿਰਸੰਦੇਹ ਸਰੀ ਨੇ ਜਿੱਥੇ ਬਹੁਤ ਜ਼ਿਆਦਾ ਬਿਹਤਰੀਨ ਖੇਤਰਾਂ ਦੇ ਵਿੱਚ ਮੱਲਾਂ ਮਾਰ ਰਹੀ ਹੈ, ਉੱਥੇ ਨਾਲ ਦੀ ਨਾਲ ਵੱਧਦੀ ਵਸੋਂ ਨਾਲ ਆਉਣ ਵਾਲੀਆਂ ਅਲਾਮਤਾਂ ਨੇ ਜਿਹੜੀਆਂ ਉਹ ਵੀ ਸਰੀ ਦੇ ਵਿੱਚ ਆ ਚੁੱਕੀਆਂ ਨੇ, ਜਿਨ੍ਹਾਂ ਦੇ ਪ੍ਰਤੀ ਜ਼ਿਆਦਾਤਰ ਲੋਕ ਕਈ ਦਫਾ ਕੁਝ ਨੁਕਤੇ ਨੇ ਸਾਡੀ ਇਸ ਵਸੋਂ ਦੇ ਵਾਧੇ ਦੇ ਮੁਤਲਕ ਜਿਨ੍ਹਾਂ ਬਾਰੇ ਚਰਚਾ ਨਹੀਂ ਹੁੰਦੀ। ਕਿਰਾਏ ਦੇ ਘਰ, ਮਕਾਨਾਂ ਦੀਆਂ ਕੀਮਤਾਂ ਜ਼ਿਆਦਾ, ਕਿਰਾਏ ਦੀਆਂ ਕੀਮਤਾਂ ਜ਼ਿਆਦਾ, ਜਾਂ ਕਿਸੇ ਵੀ ਤਰ੍ਹਾਂ ਦਾ ਬਹੁਨਸਲੀ ਸੱਭਿਆਚਾਰ ਦਾ ਇਕੱਤਰਿਤ ਹੋਣ ਦਾ ਜਸ਼ਨ ਮਨਾਉਣ ਦੀਆਂ ਗੱਲਾਂ ਅਸੀਂ ਅਕਸਰ ਆਮ ਕਰਦੇ ਹਾਂ। ਵੱਡੀ ਵਸੋਂ ਦੇ ਨਾਲ ਸਰੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜ਼ਿਆਦਾਤਰ ਲੋਕਾਂ ਦਾ ਪਸੰਦੀਦਾ ਸ਼ਹਿਰ ਆ ਜਿਹੜਾ ਬਣਨ ਦੇ ਕਾਰਨ, ਔਰ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਬਣਨ ਦੇ ਕਾਰਨ, ਔਰ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ ਦੀ ਨਿਸਬਤ ਠੀਕ ਫਿਰ ਵੀ ਮਾਪਦੰਡ ਦੇ ਵਿੱਚ ਰਹਿਣ ਵਾਲੇ ਸ਼ਹਿਰ ਦੇ ਵਿੱਚ ਇੱਕ ਹੋਰ ਵੀ ਨਾਲ ਹੀ ਅਲਾਮਤ ਪਹੁੰਚ ਚੁੱਕੀ ਹੈ। ਦੁਨੀਆ ਭਰ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਵਸੋਂ ਹੁੰਦੀ ਹੈ ਉਹਦੇ ਨਾਲ ਕੁਝ ਕੁ ਅਲਾਮਤਾਂ ਵੀ ਆਉਂਦੀਆਂ ਨੇ, ਔਰ ਉਹਨਾਂ ਅਲਾਮਤਾਂ ਦੇ ਵਿੱਚੋਂ ਇੱਕ ਅਲਾਮਤ ਹੈ ਜਿਸਮ ਫਰੋਸ਼ੀ ਦਾ ਧੰਦਾ, ਸੈਕਸ ਵਰਕਰਸ, ਤਨ ਦੇਹੀ ਦਾ ਧੰਦਾ। ਔਰ ਇਸ ਖੇਤਰ ਬਾਰੇ ਗੱਲ ਬਹੁਤ ਜ਼ਿਆਦਾ ਘੱਟ ਕੀਤੀ ਜਾਂਦੀ ਹੈ। ਬੇਅੰਤ ਕਾਰਨ ਨੇ ਖੁੱਲ੍ਹੇ ਤੌਰ ਦੇ ਉੱਤੇ ਇਸ ਅਲਾਮਤ ਦਾ ਚਰਚਾ ਜਿਹੜਾ ਉਹ ਕਰਨਾ ਨਾ ਹੀ ਪਸੰਦ ਕੀਤਾ ਜਾਂਦਾ ਹੈ, ਔਰ ਬਹੁਤੇ ਸਾਰੇ ਲੋਕ ਤਾਂ ਇਸ ਨੂੰ ਸੱਭਿਅਕ ਵੀ ਨਹੀਂ ਮੰਨਦੇ। ਪਰ ਰੋਜ਼ਾਨਾ ਵੱਧ ਰਹੀ ਸਰੀ ਦੀ ਵਸੋਂ ਦੇ ਵਿੱਚ ਦੇਹ ਵਪਾਰ ਦਾ ਜਿਹੜਾ ਧੰਦਾ ਹੈ ਉਹ ਵੀ ਉਨੀ ਤੇਜ਼ੀ ਨਾਲ ਵਧਿਆ। ਨਿਰਸੰਦੇਹ ਦੇਹ ਵਪਾਰ ਤੇ ਜਿਸਮ ਫਰੋਸ਼ੀ ਦਾ ਧੰਦਾ ਅਕਸਰ ਹਨੇਰੀਆਂ ਰਾਤਾਂ ਤੇ ਹਨੇਰੇ ਕੋਨਿਆਂ ਦੇ ਨਾਲ ਸੰਬੰਧਿਤ ਰਿਹਾ ਹੈ, ਪਰ ਅੱਜ ਦੇ ਯੁੱਗ ਦੇ ਵਿੱਚ ਇਸ ਦਾ ਹਨੇਰੇ ਨਾਲ ਕੋਈ ਤਾਲੁਕ ਨਹੀਂ ਰਹਿ ਗਿਆ। ਜਿਸ ਦੀ ਮੂੰਹ ਬੋਲਦੀ ਤਸਵੀਰ ਅਸੀਂ ਸਰੀ ਦੇ ਵਿੱਚ ਦੇਖਦੇ ਹਾਂ, ਜਾਣਦੇ ਹਾਂ, ਔਰ ਕੁਝ ਕੁ ਲੋਕ ਇਸ ਦੀ ਪਛਾਣ ਕਰਨ ਤੋਂ ਉਪਰੰਤ ਸਾਡੇ ਤੱਕ ਵੀ ਪਹੁੰਚ ਕਰਦੇ ਹੈ। ਔਰ ਅੱਜ ਪ੍ਰੋਗਰਾਮ ਦੇ ਅੰਤਰਗਤ ਗੱਲਬਾਤ ਕਰਾਂਗੇ ਕਿ ਸਰੀ ਦੇ ਵਿੱਚ ਸੈਕਸ ਵਰਕਰਸ ਦੀ ਗਿਣਤੀ ਦੇ ਵਿੱਚ ਐਡਾ ਵੱਡਾ ਵਾਧਾ ਜਿਹੜਾ ਹੈ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਹੋਇਆ, ਇਹਦੇ ਪਿੱਛੇ ਕਾਰਨ ਕੀ ਨੇ, ਔਰ ਸ਼ਹਿਰ ਤੇ ਵਸੋਂ ਜਿਹੜੀ ਆ ਉਹ ਇਸ ਦੇ ਨਾਲ ਕਿਸ ਪ੍ਰਕਾਰ ਨਜਿੱਠ ਰਹੀ ਹੈ, ਚੱਲ ਰਹੀ ਹੈ, ਜਾਂ ਫਿਰ ਇਸ ਨੂੰ ਅੱਖਾਂ ਮੀਚ ਕੇ ਬੰਦ ਅੱਖਾਂ ਕਰਕੇ ਇਸ ਤੋਂ ਆਸ਼ਾ ਜੀ ਕਹਿੰਦੇ ਨੇ ਵੀ ਆਪ ਮਰੇ ਜੱਗ ਪਰ ਲਓ, शायद असी अक्खां मीच लिए तो मसला किधर चलिया जाए, पर यह मसला जान वाला है नहीं जी। बिल्कुल, जितने भी लोग इस समय हमारे साथ जुड़े हुए हैं आप सभी को हम वेलकम कर रहे हैं। JINU वेलकम, खुशामदीद कहते हैं मीडिया वेव्स के प्लेटफॉर्म से। वैसे दीदी, ये जो कंसर्न है सेक्स वर्कर्स की जो गिनती बढ़ी जा रही है सरी में, इट इज़ अ कंसर्न जी,
लेकिन हम एक्चुअली कारण की तरफ नहीं जाते. यूजुअली हम इस सेक्स वर्कर्स के नाम से ही गुस्से होते हैं. वी हैव आवर ओन वे ऑफ डूइंग जजमेंट टू दैट. जी लेकिन कोई अपनी खुशी से सेक्स वर्कर नहीं बनते. बिल्कुल. देयर इज़ अ रीज़न बिहाइंड इट. कारण क्या है, इसकी वजह क्या है, ये सब कुछ जानना भी बहुत ज़रूरी है. सबसे पहले तो शुरुआत करते हैं कि सेक्स वर्कर क्या लीगल है बीसी में. ये सवाल हमेशा लोग उठाते हैं. कहते prostitution is not illegal in Canada, but many activities associated with it are. Because of these laws, the nature of the work itself, and the prevalence of violence against women and LGBT communities, sex workers often find themselves in personally risky situations. जिसके बारे में कई बार हम अपने प्रोग्राम्स में भी बात कर जी. चुके हैं कि सेक्स वर्कर्स के साथ क्या सलूक होता है, हाउ दे आर बीइंग ट्रीटेड. और आप लोगों से कुछ छुपा हुआ नहीं है. रॉबर्ट पैक्टन की जो केसेस थे हाँ उसके बारे में पिग फार्म. हाँ जी, इस बारे में सारी जो बातें हैं वो मीडिया ने खुल के बयान की है लोगों के सामने. तो कहते कि प्रोस्टिट्यूशन जो है वो इलीगल नहीं है कनाडा में. आप प्रोस्टिट्यूशन कर सकते हो, लेकिन उसके साथ जो एसोसिएटेड काम होते हैं वो एक रिस्क होता है. सेक्स वर्कर्स की जान भी जा सकती है और जो क्लाइंट्स हैं उनकी भी जान जा सकती है. देयर इज़ अ लॉट ऑफ थिंग्स दैट यू हैव टू लुक इनटू. जी सो जिस तरह से हमने कहा कि सेक्स वर्कर्स अपने आप से नहीं खड़े हो जाते कि वी चूज़ दिस फील्ड. Most of the time, I should say 99% of the time, people are forced to do prostitution. जी अब बात है कि सेक्स वर्क जो लीगल है एक कनाडा में क्यों है. According to Bill C-36, criminalized the purchase of sex. However, the selling of sex was decriminalized. The intention was effectively to reduce the demand of sex workers and the purchase of sexual services. ये मेरे ख्याल से साल 2022 में हम लोगों ने इस लॉ के बारे में सुना था. बिल C-36 जी जिसके बारे में हमने कई बातें सुनी थी. जी अब दीदी आपको पता है कि यहाँ पर इस मुल्क में लॉ है कि 16 साल से कम लड़कियों के साथ अगर सेक्स की बात होती है या काम होता, चाहे लड़के 16 साल के कम उम्र के, चाहे लड़का हो चाहे लड़की हो, इट्स इलीगल टू हैव सेक्स विद देम. जी ये बात हर किसी को पता है. इन अदर वर्ड्स, अ पर्सन मस्ट बी एटलीस्ट 16 years old to be able to legally agree to sexual activities. जी और इनके साथ अगर कोई भी सेक्सुअल एक्टिविटीज़ की बात होती है तो वो दोनों तरफ से रजामंद होना चाहिए. ये ना हो कि लड़की या लड़का 16 साल के है और ऑपोजिट जरा पार्टनर है वो कहे कि ओ इट वाज अ म्यूचुअल थिंकिंग, म्यूचुअल कंसेंट. पर ये कंसेंट होना ज़रूरी है. इज सॉलिसिटिंग सेक्स अ क्राइम इन कैनेडा? Yes, soliciting is a crime in Canada under S213 of the Criminal Code. However, soliciting refers specifically to the communication aspects of buying, selling sexual services. While public opinion regarding prostitution has started to shift in recent years, it still remains a crime. So, सेक्स वर्क करना अलग बात है, लेकिन उसको बेचना, सॉलिसिटिंग करना, उसके जो थर्ड पार्टीज है दे कुड बी क्रिमिनली चार्ज्ड फॉर दैट. ਬਿਲਕੁਲ. ਆਸ਼ਾ ਤੁਸੀਂ ਜਿਵੇਂ ਕਿਹਾ ਸੀ ਨਾ ਵੀ ਮਜਬੂਰੀ ਦੇ ਵਿੱਚ हाँ जी. ਇਹਦੇ ਵਿੱਚ ਬਹੁਤ ਬੜਾ ਧੰਦਾ ਚਲਾ ਜਾਂਦਾ ਜਿਹੜਾ ਕਿ ਅੰਡਰਵਰਲਡ ਦੇ ਨਾਲ ਸੰਬੰਧਿਤ ਹੋ ਜਾਂਦਾ ਹੈ. ਔਰ ਖਾਸ ਤੌਰ ਦੇ ਉੱਤੇ ਜ਼ਬਰੀ ਜਿਹੜਾ ਹੈ ਔਰਤਾਂ, ਮਰਦਾਂ ਤੇ ਜਿਹੜੇ ਬੱਚੇ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਸੈਕਸ਼ੂਅਲੀ ਐਕਸਪਲੋਇਟ ਕਰਕੇ ਉਹਨਾਂ ਤੋਂ ਧੰਦਾ ਕਰਵਾਉਣਾ ਤੇ ਉਹ ਤੋਂ ਮੁਨਾਫਾ ਕਮਾਉਣਾ. Yes. ਔਰ ਪੰਜਾਬੀ ਦੇ ਮਤਲਬ ਆਮ ਹਿੰਦੁਸਤਾਨੀ ਭਾਸ਼ਾ ਦੇ ਵਿੱਚ ਇਹਨੂੰ ਚੱਕਲਾ ਕਿਹਾ ਜਾਂਦਾ. ਤੇ ਬਹੁਤ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਦੀ ਕਮਜ਼ੋਰੀ, ਡਰ ਹੈ ਜਿਹੜਾ ਉਸ ਨੂੰ ਕੈਸ਼ ਕਰਦੇ ਆ ਚੱਕਲਾ ਚਲਾਉਣ ਦੇ ਅੰਤਰਗਤ, ਔਰ ਉਹਨਾਂ ਨੂੰ ਅਬਿਊਜ਼, ਅਣਮਨੁੱਖੀ ਹਾਲਾਤਾਂ ਤੱਕ ਕੀਤਾ ਜਾਂਦਾ ਹੈ. ਔਰ ਜਿਹੜੇ ਚੱਕਲਾ ਚਲਾਉਂਦੇ ਨੇ ਉਹਨਾਂ ਵੱਲੋਂ ਵੀ, ਤੇ ਉਹ ਲੋਕ ਜਿਹੜੇ ਉਹਨਾਂ ਤੋਂ ਸੈਕਸ਼ੂਅਲ ਸਰਵਿਸਿਜ਼ ਲੈਂਦੇ ਨੇ. ਬੜਾ ਘਿਨਾਉਣਾ ਵਾਤਾਵਰਨ ਤੇ ਵਪਾਰ ਹੈ ਇਹ. ਔਰ ਸਭ ਤੋਂ ਵੱਡੀ ਗੱਲ ਇਹ ਕਿ ਇਹਦੇ ਵਿੱਚ ਜਿਹੜਾ ਵਿਕਟਮ ਹੈ
ਉਹ ਮਜਬੂਰੀ ਹਿੱਤ ਚਾਹੇ ਹੋਵੇ, ਪਰ ਉਹਨੂੰ ਮਜਬੂਰੀ ਨੂੰ ਵੀ ਉਹਦਾ ਕੰਸੈਂਟ ਮੰਨ ਲਿਆ ਜਾਂਦਾ, ਜਿਹੜਾ ਕਿ ਇਨਹਿਊਮਨ ਹੈ। ਯੈਸ, ਇਨਹਿਊਮਨ ਹੈ ਇਹ। ਇਸੇ ਕਰਕੇ 16 ਸਾਲਾਂ ਦੀ ਉਮਰ ਤੋਂ ਉੱਪਰ ਸਹਿਮਤੀ ਦੇ ਨਾਲ ਸਰੀਰਕ ਸੰਬੰਧ ਹੋਣਾ ਵੱਖਰੀ ਗੱਲ ਹੈ, ਪਰ ਕਿਸੇ ਵੀ ਤਰ੍ਹਾਂ ਦੀ ਲਿਉਰਿੰਗ ਕਰਨੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਬੱਚੇ 16 ਸਾਲਾਂ ਦੇ ਬੱਚੇ ਦੇ ਵੀ ਮੈਂਟਲ ਮੈਨੂਪੂਲੇਸ਼ਨ ਕਰਕੇ ਉਹ ਤੋਂ ਉੱਪਰ ਦੀ ਉਮਰ ਦੇ ਨੂੰ ਵੀ ਸੈਕਸ਼ੂਅਲ ਐਕਟੀਵਿਟੀਜ਼ ਦੇ ਵਿੱਚ ਪਾ ਕੇ ਉਹਨਾਂ ਤੋਂ ਮੁਨਾਫਾ ਕਮਾਉਣਾ ਜਿਹੜਾ, ਇਹ ਗੈਰ कानूनी है। बिल्कुल। और सही आपने जो कहा कि ये गैर कानूनी है, और अगर देखा जाए कि कनाडा में सेक्स वर्क को किस तरह से देखा जाता है, इन ऑल केसेस जो सेक्स वर्क इज लेबर इज सीन एज पार्ट ऑफ अ क्रिमिनल एक्टिविटी। हम लोग पहले ही कह देते कि क्रिमिनल एक्टिविटी है, हालांकि हमें शायद कानून नहीं पता इस बारे में, लेकिन अगर कहीं पर सेक्सुअल प्रोस्टिट्यूशन की नाम आती है, यू नो सेक्सुअल वर्कर्स की बात होती है, तो हम अब पहले ही अपने दिमाग में से अज्यूम कर लेते हैं कि ये क्रिमिनल एक्टिविटी है। इंस्टेड ऑफ रिकॉग्नाइजिंग सेक्स वर्कर्स एज अ लेजिटिमेट एंड valuable job, this law claims that all sex workers are victims and all clients and third parties are criminals। जिस तरह से आपने कहा कि जो लोग इस सेक्स वर्कर्स, चाहे वो लड़का हो चाहे लड़की हो, उनको हायर करते हैं, उनको एक जॉब देते हैं, एक हायरिंग प्रोसेस में ले जाते हैं, फिर उन्हें क्लाइंट्स को सप्लाई करते हैं, दैट इज़ अ क्रिमिनल एक्टिविटी। क्योंकि आप किसी को भी बंदी बना के या बगैर बंदी बनाए हुए उनसे सेक्सुअल काम करवाते हो, एक ऑर्गेनाइजेशन चलाते हो, आप थर्ड पार्टी है जो लड़की या लड़के सप्लाई करते हो, यू आर डूइंग अ क्रिमिनल एक्टिविटी। ਅੱਛਾ ਨਾ, ਇਹਦੇ ਵਿੱਚ ਨਾ ਇੱਕ ਗੱਲ ਹੋਰ ਵੀ ਦੇਖੋ, ਕਈ ਦਫਾ ਹੈਰਾਨੀ ਹੁੰਦੀ ਹੈ हाँ जी। ਕਿ ਆਮ ਜਿਹੜਾ ਕਾਨੂੰਨ ਹੈ, ਠੀਕ ਹੈ ਨਾ, ਉਹ ਕਹਿੰਦਾ ਵੀ ਜੇ ਤੁਸੀਂ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਬਗੈਰ, ਸਹਿਮਤੀ ਤੋਂ ਬਗੈਰ, ਇਜਾਜ਼ਤ ਤੋਂ ਬਗੈਰ ਤੁਸੀਂ ਕਿਸੇ ਨੂੰ ਹੱਥ ਵੀ ਲਾਉਂਦੇ ਹੋ ਤਾਂ ਇਹ ਸੈਕਸ਼ੂਅਲ ਅਸੌਲਟ ਹੈ। हाँ जी। ਔਰ ਉਸ ਨੂੰ ਜਬਰ ਜਨਾਹ ਵਾਲੇ ਕ੍ਰਾਈਮ ਦੇ ਲੈਵਲ ਤੇ ਮੰਨਿਆ ਜਾਂਦਾ ਹੈ। ਜਿਹੜੇ ਸੈਕਸ ਵਰਕਰਸ ਨੇ ਉਹਨਾਂ ਦੀ ਇਸ ਖੇਤਰ ਦੇ ਵਿੱਚ ਸੇਫਟੀ ਨੈਟਵਰਕ ਹੈ ਨਹੀਂ। ਦੇਖੋ, ਸਮਾਜਿਕ ਜਿਹੜੀ ਸੋਚ ਹੈ ਨਾ, ਧਾਰਾਵਾਹਿਕ ਤਰੀਕੇ ਨਾਲ ਸੋਚਦੇ ਹੋਏ ਜਿਹੜਾ ਸੈਕਸ ਵਰਕਰ ਆ ਉਹਨੂੰ ਆਪਣੇ ਆਪ ਪਹਿਲਾਂ ਹੀ ਦੋਸ਼ੀ ਮੰਨ ਲੈਂਦੀ ਹੈ, ਪਹਿਲਾਂ ਹੀ ਉਸ ਨੂੰ ਕ੍ਰਿਮੀਨਲ ਜਿਹੜੀ ਆਸਪੈਕਟ ਆ ਉਹਦੇ ਬਾਰੇ ਬਣਾ ਲਿਆ ਜਾਂਦਾ ਹੈ। हाँ जी। ਤੇ ਸਵਾਲ ਨਾਲ ਇਹ ਵੀ ਉੱਠਦਾ ਹੈ ਮਨੁੱਖੀ ਅਧਿਕਾਰਾਂ ਵਾਲਿਆਂ ਵੱਲੋਂ ਕਿ ਜਿਹੜਾ ਸੈਕਸ ਵਰਕਰ ਹੈ ਉਹ ਤੋਂ ਸੇਵਾਵਾਂ ਲੈਣ ਵਾਲੇ ਕ੍ਰਿਮੀਨਲ ਕਿਉਂ ਨਹੀਂ ਗਏ ਜੀ। ਬੜੇ 2-4 ਬੁੱਧੀਜੀਵੀਆਂ ਨੇ ਮੇਰੇ ਨਾਲ ਇਹ ਗੱਲ ਕੀਤੀ, ਮੈਨੂੰ ਯਾਦ ਆ 3-4 ਸਾਲ ਪਹਿਲਾਂ ਦੀ, ਕਹਿੰਦੇ ਸੈਕਸ ਵਰਕਰ ਨੂੰ ਤਾਂ ਤੁਸੀਂ ਕ੍ਰਿਮੀਨਲ ਕਹਿੰਦੇ ਹੋ, ਪਰ ਸੈਕਸ ਵਰਕਰ ਤੋਂ ਸੈਕਸ ਦੀਆਂ ਸੇਵਾਵਾਂ ਲੈਣ ਵਾਲਿਆਂ ਨੂੰ ਕ੍ਰਿਮੀਨਲ ਕਿਉਂ ਨਹੀਂ ਕਿਹਾ ਜਾਂਦਾ, ਕਿਉਂ ਨਹੀਂ ਕਰਾਰ ਕੀਤਾ ਜਾਂਦਾ? ਵਾਈ ਨਾਟ? ਫਿਰ ਇਹਦੇ ਨਾਲ ਤੁਸੀਂ ਇਤਿਹਾਸ ਬੋਲ ਕੇ ਦੇਖੋ, ਇਤਿਹਾਸ ਦੇ ਵਿੱਚ ਜਿਹੜੀ ਸੈਕਸ ਵਰਕਰਸ ਦੀ ਹੈ ਉਹ ਮਨੁੱਖੀ ਇਤਿਹਾਸ ਦੇ ਨਾਲ, ਤਕਰੀਬਨ ਮਨੁੱਖੀ ਸੱਭਿਅਕ ਇਤਿਹਾਸ ਦੇ ਨਾਲ ਹੀ ਨਾਲ ਦਾ ਜਨਮ ਹੁੰਦਾ। ਸ਼ਨਾ ਦੂਰ ਤੱਕ ਦੇਖਦੇ ਆ ਜਨਮ ਹੁੰਦਾ, ਔਰ ਕਈ ਵਾਰੀ ਦੇਖਦੇ ਆ ਕਿ ਜਿਉਂ-ਜਿਉਂ ਜ਼ਿੰਦਗੀ ਦੇ ਟ੍ਰੈਂਡ ਬਦਲੇ ਨੇ ਉਹਦੇ ਨਾਲ ਇਹਦੀ ਰੂਪ ਰੇਖਾ ਬਦਲ ਗਈ, ਥਾਵਾਂ ਬਦਲ ਗਈਆਂ, ਤੌਰ ਤਰੀਕੇ ਬਦਲ ਗਏ, ਪਰ ਜਿਹੜੀ ਮਨਸ਼ਾ ਉਹ ਸੇਮ ਹੀ ਹੈ। ਮਨਸ਼ਾ ਜਿਹੜੀ ਹੈ ਉਹ ਸੇਮ ਹੀ ਹੈ। ਔਰ ਜਿਉਂ-ਜਿਉਂ ਕਿਸੇ ਵੀ ਸਮਾਜ ਦੇ ਵਿੱਚ ਪਦਾਰਥਕ ਸੋਚ ਹੈ ਜਿਹੜੀ ਉਹ ਪ੍ਰਧਾਨ ਹੋਈ ਹੈ, ਤਿਉਂ-ਤਿਉਂ ਜਿਹੜੀ ਸੈਕਸ ਵਰਕਰਸ ਤੇ ਸੈਕਸ ਐਕਸਪਲੋਇਟੇਸ਼ਨ ਹੈ ਜਿਹੜੀ ਉਹਦਾ ਮਾਪਦੰਡ ਵਧਿਆ, ਉਹਦਾ ਮਾਪਦੰਡ ਵਧਿਆ। ਔਰ ਇਹ ਐਡਾ ਕੁ ਵੱਡਾ ਖੇਤਰ ਹੈ ਡੂੰਘਾਈ ਤੱਕ, ਜੇ ਤੁਸੀਂ ਜਾਣਦੇ ਹੋ, ਜਿਹਦੇ ਉੱਤੇ ਇੱਕ ਪੁਆਇੰਟ ਦੇ ਉੱਤੇ ਜਾ ਕੇ ਜਸਟੀਫਾਈ ਕੀਤਾ ਸੋਸ਼ਲ ਸਟਰਕਚਰ ਨੇ ਕਿ ਸੋਸ਼ਲ ਸਟਰਕਚਰ ਨੂੰ ਸਥਿਰ ਤੇ ਸਾਵਾਂ ਬਣਾਈ ਰੱਖਣ ਦੇ ਲਈ ਸੈਕਸ ਵਰਕਰਸ ਦੀ ਜ਼ਰੂਰਤ ਹੈ। ਦੇ ਸੜ ਕੇ ਜ਼ਰੂਰਤ ਹੈ ਕ੍ਰਾਈਮ ਨੂੰ ਕੰਟਰੋਲ ਰੱਖਣ ਲਈ, ਔਰ ਜਨਤਕ ਜਿਹੜਾ ਕ੍ਰਾਈਮ ਹੈ ਉਸ ਨੂੰ ਕੰਟਰੋਲ ਰੱਖਣ ਲਈ। ਸਮਟਾਈਮਸ ਜਦੋਂ ਮੈਂ ਉਹਨਾਂ ਨੂੰ ਆਰਟੀਕਲਸ ਨੂੰ ਪੜ੍ਹਦੀ ਹਾਂ ਨਾ, ਤੇ ਤੁਹਾਡਾ ਦਿਮਾਗ ਘੁਮਾ ਦਿੰਦੇ ਨੇ। ਬਿਲਕੁਲ।
बात हो रही है जी सेक्स वर्कर्स की नंबर्स जो है, गिनती जो है वो सरी में हम ज़्यादा क्यों देखने लगे हैं? जी वजह क्या है इसकी? लॉट ऑफ पीपल हैव दिस क्वेश्चन। सबसे पहले देखते हैं कि व्हाट आर द मोस्ट कॉमन सेक्स ऑफेंसेस। जी Sex crimes can be horrible experiences for victims, alleged offenders, and anyone else involved to be in. Those that commit them can face severe punishments and lose their rights before being found guilty in a court of law. Unfortunately, you can be accused of sex crimes with little to no evidence, which complicates the legal process. If you or someone in your family has been charged with a sex crime, contacting a criminal defense lawyer is imperative. और कॉमन टाइप्स ऑफ सेक्स क्राइम्स क्या होते हैं? जी थ्रू आउट इस बारे में बात किया जाता है कि रेप, as many know, rape is a serious and common sex crime that individuals can commit. Rape is considered to be any sexual act that isn't consented to. जिस तरह से हमने कहा कि रजामंदी नहीं होती है। दीदी कभी कभी बात ये होती है कि जो सेक्स वर्कर्स होते हैं वो ड्रंक होते हैं, दे आर अंडर intoxicated होते हैं and they have no clue what their consent is to. कई बार जब उनका नशा दूर होता है तब उन्हें पता होता है कि they have been raped. अच्छा ना, इतनी ज़्यादा तरसजोग सिचुएशन होती है ना वो, that So you don't know. rape is something जिसके बारे में हम काफ़ी बारे में सुनते हैं, और कई बार हिम्मत करके अगर कोई लड़की बाहर आती है या लड़का बाहर आते हैं कि दे हैव बीन रेप्ड, बट उसको साबित करना बड़ी मुश्किल हो जाती है. सो दैट इज समथिंग दैट इज वेरी समटाइम्स पीपल डोंट वांट टू कम आउट ऑफ द शेल एंड टॉक अबाउट इट. Sexual battery. Rape and other sexual acts can be forms of sexual assault, but in general, this crime is considered touching someone in areas that shouldn't be touched. Sexual battery is done to others for pleasure or gratification for the party that is carrying out the action. So that's another thing. किसी को हाथ भी लगाना, किसी के बॉडी के गलत पार्ट को टच भी करना. Sometimes, people have the habit of, spanking somebody at Yeah. a wrong place, and that is not right. Then comes the child abuse with sexual acts. Child abuse occurs when an adult will force themselves onto a child in order to feel pleasure. In order to be convicted, the child in question must be under the age of consent and have experienced some physical harm. कई बार इस बारे में भी हमें सुनने को जी, मिलते हैं. बिल्कुल. आजकल बड़े बड़े केसेस आते हैं कि the girl was touched in not in a way by the grandparent that she didn't feel comfortable about. There was a girl who came out to me and said, "Oh, this happened to me many times by my maternal uncle, grandfather," or things like that. It was like really shocking to me. Then comes the prostitution. The law will apply to someone who is selling their body for money to satisfy someone else. In order to breach this law, both parties must agree on the transaction and have both exchanged goods. So that's another thing कि एक third party का involvement होना, supply करना, खरीदने वाला और अपने जिस्म बेचने वाले दोनों की consent होगी, then the third party is going to be charged with the crime. तो इस तरह की जब हम बात करते हैं, देयर इज़ अ लॉट ऑफ थिंग्स दैट हैज़ टू बी डिस्कस्ड. लेकिन हमारे सवाल आज ये है कि सरी में ये सब कुछ हमें देखने को ज़्यादा क्यों लग रहा है, ज़्यादा क्यों नज़र आ रहे. एक वक्त था सरी में ऐसी बातें हम कभी देखते नहीं थे. जी वी आर नॉट सीइंग एनीथिंग लाइक दिस. वो कहते थे कि अगर सेक्स वर्कर्स की ज़रूरत है किसी को तो डाउनटाउन जाया करो. सरी में इसके बारे में नथिंग वॉज देयर टू टॉक अबाउट. लेकिन अब सरी में ऑन ऑल द स्ट्रीट्स यू आर सीइंग थिंग्स लाइक दिस. आई वॉज शॉक्ड द अदर डे. एक रेजिडेंशियल एरिया है और उस एरिया में लड़की खड़ी है एंड गाइज आर स्टॉपिंग टू आस्क हर अब क्या उनकी कॉन्वर्सेशन है. आई रियली डोंट नो, बट आई वॉज शॉक्ड टू सी दैट इन अ हैवी पॉपुलेटेड रेजिडेंशियल एरिया कि वो तैयार खड़ी है टू सेल हर सेल्फ एंड पीपल आर स्टॉपिंग देयर कार, आस्किंग हर क्वेश्चंस और आस्किंग हर
how much was it gonna be costing them to have her in for the night. तो इस तरह की जब हम बातें देखते हैं, इट इज़ शॉकिंग, क्योंकि अपने रेसिडेंशियल एरिया जो हैवी पॉपुलेटेड रेसिडेंशियल एरिया है, जहाँ पर हमारे बच्चे बड़े हो रहे हैं, डू यू रियली वांट टू सी दिस काइंड ऑफ थिंग्स ऑन द स्ट्रीट्स? मेरी नेबर मुझे बता रही थी कि उसकी बच्ची कहती है, अपने माँ से पूछती है कि हु इज शी, व्हाई इज शी स्टैंडिंग देयर ड्रेस्ड अप लाइक दैट? व्हाट डू यू टेल योर किड्स? क्या आप उनको बताओगे कि व्हाट इज शी डूइंग देयर? एंड आजकल के बच्चे, आपको पता है, इजी मनी के लिए हर काम करने के लिए तैयार होते हैं। ਦੇਖੋ ਆਸ਼ੇ ਨਾ ਤੁਸੀਂ ਗੱਲ ਛੇੜੀ ਆ ਨਾ, हाँ हाँ। ਬਹੁਤੇ ਜ਼ਿਆਦਾ ਦੁੱਖ ਦੀ ਲੱਗਦੀ। ਪਹਿਲਾਂ ਤਾਂ ਇਹ ਜਨਤਕ ਜਾਣਕਾਰੀਆਂ ਨਹੀਂ ਸੀ ਹੁੰਦੀਆਂ, ਫਿਰ ਕੁਝ ਕੁ ਦਹਾਕਾ ਕੁ ਪਹਿਲਾਂ ਇਸ ਗੱਲ ਦੇ ਚਰਚੇ ਹੋਣੇ ਸ਼ੁਰੂ ਹੋਏ ਕਿੰਗ ਜਾਰਜ ਬੁਲੇਵਾਰਡ। हाँ जी। ਕਿੰਗ ਜਾਰਜ ਬੁਲੇਵਾਰਡ ਦੇ ਉੱਪਰ ਦੇ ਵਪਾਰ ਦੇ ਧੰਦੇ ਨਾਲ ਸੰਬੰਧਿਤ ਔਰਤਾਂ ਤੇ ਮਰਦ ਜਿਹੜੇ ਨੇ, ਉਹਨਾਂ ਨੂੰ ਕਿੰਗ ਜਾਰਜ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਦੇਖਿਆ ਜਾਂਦਾ ਸੀ जी। ਔਰ ਉਹ ਵੀ 11 ਕੁ ਵਜੇ ਤੋਂ ਬਾਅਦ। यस। ਉਸ ਤੋਂ ਬਾਅਦ ਜਦੋਂ ਇਹ ਖਬਰਾਂ ਸਾਰਾਂ ਪਹੁੰਚਣੀਆਂ ਸ਼ੁਰੂ ਹੋਈਆਂ, ਅਸੀਂ ਵੀ ਤਫਤੀਸ਼ ਕਰਨੀ ਸ਼ੁਰੂ ਕੀਤੀ। ਸੋਚਦੇ ਸੀ ਕਿ ਨਹੀਂ ਇਹਦੇ ਉੱਤੇ ਬੰਦਿਸ਼ ਹੋਏਗੀ, ਪਰ ਹੁਣ ਕਿੰਗ ਜਾਰਜ ਦਾ ਕਿਹੜਾ ਹਿੱਸਾ ਨਹੀਂ ਹੈ ਜਿੱਥੇ ਕਿ 10-11 ਵਜੇ ਤੋਂ ਬਾਅਦ ਇਹ ਦੇਹ ਵਪਾਰ ਵਾਲਾ ਜਿਹੜਾ ਮਸਲਾ ਨਹੀਂ ਚੱਲਦਾ। ਔਰ ਸਭ ਤੋਂ ਵੱਡੀ ਹੁਣ ਜਿਹੜੀ ਮਸਲਾ ਜਿਸ ਦੇ ਕਰਕੇ ਅਸੀਂ ਪ੍ਰੋਗਰਾਮ ਦੇ ਵਿੱਚ ਆਪ ਸਭ ਨਾਲ ਸਾਂਝ ਪਾ ਰਹੇ ਹਾਂ ਕਿ ਰਿਹਾਇਸ਼ੀ ਘਰਾਂ ਦੀਆਂ ਜਿਹੜੀਆਂ ਸੜਕਾਂ ਨੇ, ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਬਾਰੇ ਸਾਡੇ ਤੱਕ ਸੂਚਨਾ ਪਹੁੰਚਦੀ ਹੈ। ਸਰੀ ਦੇ ਪੌਸ਼ ਇਲਾਕਿਆਂ ਦੇ ਵਿੱਚ ਪੂਰੇ ਘਰ ਲੈ ਕੇ ਰੈਂਟ ਦੇ ਉੱਤੇ ਔਰ ਉੱਥੋਂ ਦੇਹ ਵਪਾਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੀਆਂ ਖਬਰਾਂ ਸਾਡੇ ਤੱਕ ਜਦੋਂ ਪਹੁੰਚੀਆਂ ਨੇ ਤਾਂ ਉਹਨਾਂ ਨੇ ਹਿਲਾ ਕੇ ਰੱਖ ਦਿੱਤਾ। बिल्कुल, इस बारे में बात हम ज़रूर करेंगे, बट विल टेक अ क्विक कमर्शियल ब्रेक बिफोर दैट। घर दा प्लान ते बन गया, टूटियां ते टब कित्थों लेने आ शेरिया? सरदार नार्थ अमेरिका ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। कमाओ ए फोन 604 231 95 92। ਹੁਣੇ ਲਓ ਸਰਦਾਰ 604 231 95 92। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। बिरयानी, गोट कढ़ाई, निहारी चिकन कढ़ाई, बारबेक्यू बीफ कबाब कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ, ਚਾਹੇ वो बिरयानी हो या फिर गोट कढ़ाई। कल दे डिनर भूल नहीं सकती, अभी भी हाथों से खुशबू नहीं जा रही। ਹਾਂ, ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਕੱਕਾ ਖੱਕਾ ਗੱਗਾ ਖੱਗਾ ਘਰ। ਪਾਪਾ, ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ, ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 604 716 8570 604 716 8570। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ, ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ।
ਗ੍ਰੇਟ ਪਲਾਈਨਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ Your number 14, 13478 78th Avenue, 604-503-7007 ਤੇ ਕਰੋ ਕਾਲ। ਗ੍ਰੇਟ ਪਲਾਈਨਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਹੀ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ, ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ, ਜਾਓ 18 ਲੋਕੇਸ਼ਨਸ ਦੇ ਵਿੱਚ ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ, ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 604-599-0211, 128th Street and 96th Avenue, 604-581-1900, 1539 Johnson Road, White Rock। ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ, ਤੁਸੀਂ ਵੀ ਹੋ ਜਾਓ ਚਿੰਤਾ ਮੁਕਤ, ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 604-572-5553। ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604-527 4769 6625-152 A Street, Surrey। For all criminal charges, call Gagan Nahal 604-527-4769. ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ, ਸਰੀ ਦੇ ਵਿੱਚ। ਕਾਲ 604-503-0988। ਬਲੈਕ ਐਂਡ ਵਾਈਟ ਆਟੋ ਬੋਡੀ। कल सारे बड़े खुश सी। होना क्यों नहीं खुश, पेट जो उनके खुश थे बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब कढ़ाई। बस हुण नहीं रहा जांदा। बार्नीज कढ़ाई वाला है किथे? अपने सरी पिंड ते 8140 स्ट्रीट, second location 12889 84th Avenue, Surrey. Phone number 7785654416। चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीज कढ़ाई वाला, कभी नहीं भूलोगे। आप खुश, बानीज कढ़ाई वाला खुश। ਮੀਡੀਆ ਵੇਜ਼ ਦੇ ਪਲੇਟਫਾਰਮ ਤੇ ਪ੍ਰੋਗਰਾਮ ਦੇ ਵਿੱਚ ਅੱਜ ਸਰੀ ਦੇ ਵਿੱਚ ਕਿ ਕਿਸ ਪ੍ਰਕਾਰ ਸਰੀ ਸੈਕਸ ਵਰਕਰਸ ਦੇ ਲਈ ਹੱਬ ਬਣ ਚੁੱਕਿਆ ਹੈ, ਇਸ ਦੇ ਮਤਲਬ ਗੱਲਬਾਤ ਚੱਲ ਰਹੀ ਹੈ। ਪਰ ਪ੍ਰੋਗਰਾਮ ਹਮੇਸ਼ਾ ਇਸ ਤਰ੍ਹਾਂ ਆਪ ਸਭ ਤੱਕ ਪਹੁੰਚਾ ਰਹੇ ਨੇ। ਫੈਮਿਲੀ ਕੇਅਰ ਫਾਰਮੇਸੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਹੈ, ਜਿੱਥੋਂ ਤੁਸੀਂ ਹਰ ਪ੍ਰਕਾਰ ਦੇ ਵਿਟਾਮਿਨ, ਸਪਲੀਮੈਂਟਸ, ਹਰਬਲ ਮੈਡੀਸਨਸ ਲੈ ਸਕਦੇ ਹੋ। ਹੋਮੋਪੈਥਿਕ ਡਾਕਟਰ ਵੀ ਅਵੇਲੇਬਲ ਆ। ਹਫ਼ਤੇ ਦੇ 7 ਦਿਨ ਖੁੱਲ੍ਹੀ ਰਹਿਣ ਵਾਲੀ ਫੈਮਿਲੀ ਕੇਅਰ ਫਾਰਮੇਸੀ ਦੀਆਂ 3 ਲੋਕੇਸ਼ਨ ਨੇ, ਸਰੀ, ਡੈਲਟਾ ਅਤੇ ਵਾਈਟ ਰੌਕ ਵਿਖੇ। 604-581-1900 ਦੇ ਉੱਤੇ ਕਰ ਸਕਦੇ ਹੋ ਕਾਲ, ਜਾਂ ਫਿਰ 604-599-0211। ਪੈਰਾਮਾਊਂਟ ਕਾਰਪੈਟ ਕਲੀਨਿੰਗ ਦੇ ਮਾਨਸਾ ਪ੍ਰੋਗਰਾਮ ਆਪ ਸਭ ਤੱਕ ਪਹੁੰਚਾ ਰਹੇ ਨੇ। 604-861-3600 ਦੇ ਉੱਤੇ ਉਹਨਾਂ ਨਾਲ ਕਰ ਸਕਦੇ ਹੋ ਜੀ ਸੰਪਰਕ। ਕਮਰਸ਼ੀਅਲ, ਰੈਜ਼ੀਡੈਂਸ਼ੀਅਲ ਬਿਲਡਿੰਗ, ਆਫਿਸਿਸ, ਬੈਂਕਟ ਹਾਲਸ ਤੇ ਕਾਰਪੈਟ ਤੇ ਫਲੋਰ ਕਲੀਨਿੰਗ ਦੇ ਖੇਤਰ ਦੇ ਵਿੱਚ ਸੇਵਾਵਾਂ ਪ੍ਰਦਾਨ ਕਰਨ ਵਾਲੇ ਪੈਰਾਮਾਊਂਟ ਕਾਰਪੈਟ ਕਲੀਨਿੰਗ ਵਾਲਿਆਂ ਪਾਸ ਹੈਵੀ ਡਿਊਟੀ ਟਰੱਕ ਮਾਊਂਟਡ ਸਟੀਮ ਕਲੀਨਿੰਗ ਸਿਸਟਮ ਹੈ।
ਇਸੇ ਕਰਕੇ ਕਾਰਪੈਟ ਕਲੀਨਿੰਗ, ਅਪਹੋਲਸਟਰੀ ਕਲੀਨਿੰਗ, ਮੈਟਰਸ ਕਲੀਨਿੰਗ, ਡਕ ਕਲੀਨਿੰਗ ਦੇ ਨਾਲ ਨਾਲ ਫਰਨੈਸ ਕਲੀਨਿੰਗ, ਟਾਇਲ ਤੇ ਗਰਾਊਟ ਕਲੀਨਿੰਗ ਔਰ ਫਲੋਰ ਟਾਇਲਸ, ਕਿਚਨ ਟਾਇਲ ਤੇ ਵਾਸ਼ਰੂਮ ਟਾਇਲਸ ਨੂੰ ਕਲੀਨ ਕਰਨ ਦੀਆਂ ਸੇਵਾਵਾਂ ਬਿਹਤਰੀਨ ਪ੍ਰਦਾਨ ਕਰਦੇ ਨੇ। ਪੈਰਾਮਾਊਂਟ ਕਾਰਪੈਟ ਕਲੀਨਿੰਗ 60486136 ਤੇ ਕਰ ਸਕਦੇ ਹੋ ਜੀ ਸੰਪਰਕ। ਬਾਕੀ ਸਰੀ ਦੇ ਵਿੱਚ 24 ਘੰਟੇ ਖੁੱਲ੍ਹਾ ਰਹਿਣ ਵਾਲਾ ਰੈਸਟੋਰੈਂਟ ਸਭ ਤੋਂ ਪਹਿਲਾ ਪਾਇਲ ਚਾਟ ਹਾਊਸ ਹੈ ਔਰ ਪਾਇਲ ਬਿਜ਼ਨਸ ਸੈਂਟਰ ਵਿਖੇ ਹੈ। ਅੱਧੀ ਰਾਤ ਪੈਰ ਦੇ ਤੜਕੇ ਕਿਸੇ ਵੀ ਵਕਤ ਭੁੱਖ ਲੱਗਦੀ ਹੈ ਤਾਂ ਖਾਣੇ ਆਰਡਰ ਕਰੋ ਜਾਂ ਬੈਠ ਕੇ ਖਾਣੇ ਦਾ ਆਨੰਦ ਮਾਣੋ। 6045961990 ਤੇ ਕਰ ਸਕਦੇ ਹੋ ਕਾਲ। ਔਰ 100 ਬੰਦੇ ਤੱਕ ਦੀ ਕੇਟਰਿੰਗ ਦੇ ਲਈ ਹਰਨੇਕ ਹੋਰਾਂ ਨਾਲ ਸੰਪਰਕ ਕਰਨ ਲਈ ਟੈਲੀਫੋਨ ਨੰਬਰ ਹੈ 6045187444। ਔਰ ਕੰਮ ਦੀ ਤਲਾਸ਼ ਦੇ ਵਿੱਚੋਂ ਤਾਂ ਕੰਪਨੀ ਨੂੰ ਲੋਕਲ ਤੇ ਲੌਂਗ ਹੌਲ ਟਰੱਕ ਡਰਾਈਵਰਾਂ ਦੀ ਤੁਰੰਤ ਜ਼ਰੂਰਤ ਹੈ। 1 ਸਾਲ ਦਾ ਤੁਹਾਡੇ ਪਾਸ ਤਜਰਬਾ ਹੋਣਾ ਚਾਹੀਦਾ ਹੈ। 604 725 4259 ਦੇ ਉੱਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਔਰ ਲੌਂਗ ਹੌਲ ਡਰਾਈਵਰਸ ਨੂੰ 70 ਸੈਂਟ ਪ੍ਰਤੀ ਮੀਲ ਦੇ ਹਿਸਾਬ ਦੇ ਨਾਲ ਪੇ ਕੀਤਾ ਜਾਏਗਾ। 6047254259 ਦੇ ਉੱਤੇ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਅਗਰ ਫੌਜਦਾਰੀ ਮਾਮਲਾ ਪੈ ਗਿਆ, ਸੈਕਸ਼ੂਅਲ ਅਸੌਲਟ ਤੇ ਥੈਫਟ ਦੇ ਨਾਲ ਨਾਲ ਡਰਾਈਵਿੰਗ ਅਫੈਂਸਸ ਵਰਗੇ ਚਾਰਜਸ ਦਾ ਸਾਹਮਣਾ ਕਰ ਰਹੇ ਹੋ ਤਾਂ ਫੌਜਦਾਰੀ ਮਸਲੇ ਦੇ ਨਾਲ ਨਜਿੱਠਣ ਦੇ ਲਈ ਗਗਨ ਨਾਹਲ ਨੂੰ ਕਰੋ ਕਾਲ 6004 527 4769 ਦੇ ਉੱਤੇ। BC, ਅਲਬਰਟਾ, ਮੈਨੀਟੋਬਾ ਤੇ ontario 4 ਸੂਬਿਆਂ ਦੇ ਵਿੱਚ ਜਿਹੜੇ ਆਪਣੇ ਕਲਾਇੰਟਸ ਨੂੰ ਬੜੇ ਪੇਚੀਦਾ ਕੇਸ ਜਿੱਤ ਕੇ ਦੇ ਚੁੱਕੇ ਨੇ। ਕ੍ਰਿਮੀਨਲ ਲਾਇਰ ਗਗਨ ਨਾਲ ਦੇ ਦਫ਼ਤਰ ਦਾ ਪਤਾ ਹੈ 6625 152 A ਸਟਰੀਟ। ਟੈਲੀਫੋਨ ਨੰਬਰ ਹੈ 6045274769 6004 527 4769 ਦੇ ਉੱਤੇ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਜਿਸ ਨੁਕਤਾ ਨਜ਼ਰ ਤੋਂ ਚੱਲ ਰਹੀ ਹੈ ਉਹ ਖਾਸ ਤੌਰ ਦੇ ਉੱਤੇ ਸਰੀ ਦੇ ਵਿੱਚ ਸੈਕਸ ਵਰਕਰਸ ਦੇ ਲਈ ਇੱਕ ਤਰੀਕੇ ਨਾਲ ਹੱਬ ਬਣ ਗਿਆ ਕਿਹਾ ਜਾ ਰਿਹਾ। ਔਰ ਇਹਦੇ ਪਿੱਛੇ ਬੜੇ ਬੇਅੰਤ ਕਾਰਨ ਬੇਸ਼ੱਕ ਹੋਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਿਨਾਂ ਕਾਰਨਾਂ ਦੇ ਕੁਝ ਵੀ ਨਹੀਂ ਵਾਪਰਦਾ। ਪਰ ਸਮਾਜਿਕ ਤੌਰ ਦੇ ਉੱਤੇ ਟੱਬਰ ਟੀਰ ਵਾਲਾ ਵਿਅਕਤੀ ਔਰ ਸਮਾਜਿਕ ਕਾਇਦੇ ਕਾਨੂੰਨ ਨੂੰ ਇੱਕ ਆਪਣੇ ਨਜ਼ਰੀਏ ਤੋਂ ਬਤਾਉਣ ਵਾਲੇ ਵਿਅਕਤੀ ਦੇ ਲਈ ਇਹ ਬਹੁਤ ਜ਼ਿਆਦਾ ਵੱਡਾ ਮਸਲਾ ਬਣਿਆ ਹੋਇਆ। ਔਰ ਜਦੋਂ ਸਵਾਲ ਤੁਹਾਡੇ ਸਾਰਿਆਂ ਵੱਲੋਂ ਇਹ ਉਠਾਏ ਜਾਂਦੇ ਨੇ, ਅਸੀਂ ਸ਼ਹਿਰ ਦੇ ਸਾਰੇ ਏਰੀਆ ਦੇ ਵਿੱਚ ਨਹੀਂ ਜਾ ਸਕਦੇ, ਹਾਂ ਆਲ ਦਾ ਟਾਈਮ, ਪਰ ਜਦੋਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚੋਂ ਸਾਡੇ ਤੱਕ ਤੁਸੀਂ ਫੋਨ ਦੇ ਜ਼ਰੀਏ ਜਾਂ ਟੈਕਸਟ ਮੈਸੇਜ ਦੇ ਜ਼ਰੀਏ ਸਾਡੇ ਤੱਕ ਪਹੁੰਚ ਕਰਦੇ ਹੋ ਤਾਂ ਅਸੀਂ ਉਸ ਦੇ ਉੱਤੇ ਰਾਖਵੀਂ ਜਾਣਕਾਰੀ ਹੋਰ ਜ਼ਿਆਦਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਅਗਰ ਕੁਝ ਚੌਗਿਰਦੇ ਵਿੱਚ ਨਾ ਹੁੰਦਾ ਹੋਵੇ ਤਾਂ ਆਮ ਪਬਲਿਕ ਹੈ ਜਿਹੜੀ ਉਹ ਛੇਤੀ ਕੀਤੇ ਕਹਿੰਦੇ ਨਹੀਂ। ਇਹ ਤੁਸੀਂ ਵੀ ਦੇਖਿਆ ਹੋਣਾ, ਸਮਾਜਿਕ ਪੱਧਰ 'ਤੇ ਲੋਕਾਂ 'ਚ ਜ਼ਿਆਦਾਤਰ ਹਾਜ਼ਮਾ ਹੁੰਦਾ ਹੈ ਕਿ ਉਹ ਕਹਿੰਦੇ ਕੋਈ ਗੱਲ ਨਹੀਂ, ਠੀਕ ਹੋ ਜਾਊਗਾ, ਇਟਸ ਓਕੇ। ਪਰ ਜਦੋਂ ਵਧਣਾ ਸ਼ੁਰੂ ਹੋ ਜਾਵੇ ਔਰ ਜਿਹੜਾ ਕਿ ਜ਼ਿਆਦਾ ਤੌਰ 'ਤੇ ਦਿਖਦਾ ਹੋਵੇ, ਫਿਰ ਜਿਹੜੀ ਪਬਲਿਕ ਆ ਉਹ ਇਸ ਦੇ ਪ੍ਰਤੀ ਚਤੰਨ ਹੁੰਦੀ ਹੈ ਅਤੇ ਆਵਾਜ਼ ਉਠਾਉਂਦੀ ਹੈ। ਉਤਨੀ ਦੇਰ ਤੱਕ ਉਠਾਉਂਦੀ ਰਹਿੰਦੀ ਹੈ ਜਦੋਂ ਤੱਕ ਉਹ ਨਿਰਾਸ਼ ਨਾ ਹੋ ਜਾਵੇ ਕਿ ਹਾਂ ਇਹਦੇ ਵਿੱਚ ਕੋਈ ਬਦਲਾਵ ਤਾਂ ਆਉਣਾ ਹੈ ਨਹੀਂ, ਕੋਈ ਇਸ ਦੇ ਬਾਰੇ ਕੋਈ ਕੰਮ ਨਹੀਂ ਕਰ ਰਿਹਾ, ਜਿੱਥੇ ਕਿ ਬਾਕੀ ਅਧਿਕਾਰਤ ਜਿਹੜਾ ਖੇਤਰ ਆ ਜਾਂ ਵਿਭਾਗ ਹੈ ਉਹਨਾਂ ਦਾ ਕੰਮ ਆ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸਾਂ ਕਿ ਕਿਸ ਪ੍ਰਕਾਰ ਜਿਹੜੇ ਲੋਕਾਂ ਦਾ ਫੋਨ ਕਰਕੇ ਇਹ ਦੱਸਣਾ ਕਿ ਜੀ ਤੁਸੀਂ ਆਹ ਮਸਲੇ ਬਾਰੇ ਆਵਾਜ਼ ਉਠਾਓ, ਇਹ ਵੱਡਾ ਹੈ। ਸਾਡੇ ਇਹ ਘਰੇਲੂ ਇਲਾਕੇ ਨੇ, ਜਿੱਥੇ ਰਿਹਾਇਸ਼ੀ ਇਲਾਕੇ ਨੇ, ਜਿੱਥੇ ਪਰਿਵਾਰ ਦੇ ਵਿੱਚ ਛੋਟੇ ਤੋਂ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹੈ, ਕਿਉਂਕਿ ਸਾਂਝੇ ਟੱਬਰਾਂ ਦੇ ਵਿੱਚ ਜ਼ਿਆਦਾਤਰ ਸਾਡੇ ਪਰਿਵਾਰ ਨੇ। ਔਰ ਉੱਥੇ ਬੱਚਿਆਂ ਦੇ ਜਿਹੜੇ ਸਵਾਲ ਨੇ ਉਹਨਾਂ ਦਾ ਸਾਡੇ ਪਾਸ ਜਵਾਬ ਹੈ ਨਹੀਂ। ਨੌਜਵਾਨ ਜਵਾਕਾਂ ਦੀ ਨਜ਼ਰ ਹੈ ਜਿਹੜੀ, ਉਸ ਦਾ ਸਾਡੇ ਪਾਸ ਜਵਾਬ ਹੈ ਨਹੀਂ। ਬਜ਼ੁਰਗਾਂ ਵੱਲੋਂ ਜਾਂ ਵੱਡੇਰੀ ਉਮਰ ਦੇ ਲੋਕਾਂ ਵੱਲੋਂ, ਸਮਾਜਿਕ ਇਸ ਨੂੰ ਕੁਰੀਤੀ ਸਮਝਣ ਵਾਲੇ ਲੋਕਾਂ ਵੱਲੋਂ ਅੱਖ ਦੀ ਜਿਹੜੀ ਨੀਵਾਂ ਪਾਉਣਾ, ਸ਼ਰਮ ਮਹਿਸੂਸ ਕਰਨਾ, ਉਹਦਾ ਸਾਡੇ ਪਾਸ ਜਵਾਬ ਹੈ ਨਹੀਂ। ਤੁਸੀਂ ਹਰ ਮੁੱਦਿਆਂ 'ਤੇ ਆਵਾਜ਼ ਉਠਾਉਂਦੇ ਹੋ, ਉਹਦੇ 'ਤੇ ਵੀ ਉਠਾਓ ਤਾਂ ਕਿ ਇਸ ਦੇ ਨਾਲ ਨਜਿੱਠਣ ਵਾਲੇ ਲੋਕਾਂ ਨੂੰ ਮਾੜੀ ਮੋਟੀ ਜਾਗ ਆ ਸਕੇ। ਪੜਚੋਲ ਕਰਨ ਤੋਂ ਬਾਅਦ ਜਦੋਂ ਫੁੱਲਣ ਲੱਗੇ ਤਾਂ ਜੀ ਇਹਦੇ 'ਚ ਬਹੁਤ ਜ਼ਿਆਦਾ ਕੁਝ ਮਿਲਿਆ, ਜਿਹੜਾ ਕਈ ਵਾਰ ਸੁਣ ਕੇ ਹੈਰਾਨ ਵੀ ਹੁੰਦੇ ਆ
ਕਈ ਵਾਰ ਦੱਸਣਾ ਵੀ, ਬੋਲ ਕੇ ਦੱਸਣਾ ਵੀ ਔਖਾ ਲੱਗਦਾ ਹੈ, ਪਰ ਧੰਨਵਾਦੀਆਂ ਸੀ ਉਹਨਾਂ ਦੇ ਜਿਹੜਾ ਫੇਰ ਵੀ ਸਾਨੂੰ ਬੋਲ ਕੇ ਦੱਸਦੇ ਹੈ। ਨਿਰਸੰਦੇਹ ਬਹੁਤ ਲੋਕਾਂ ਦਾ ਇਹ ਵਿਚਾਰ ਹੋਏਗਾ, ਇਟਸ ਅ ਡਿਮਾਂਡ ਐਂਡ ਸਪਲਾਈ। ਅੱਜ ਕੱਲ੍ਹ ਲਫ਼ਜ਼ ਬੜਾ ਵਰਤਿਆ ਜਾਂਦਾ, ਡਿਮਾਂਡ ਐਂਡ ਸਪਲਾਈ ਦੀ ਖੇਡ ਹੈ। ਚਾਹੇ ਢਿੱਡ ਭਰਨ ਵਾਲੀ ਰੋਟੀ ਦੀ ਗੱਲ ਹੋਵੇ, ਤਾਂ ਤੇ ਪਹਿਨਣ ਵਾਲੇ ਕੱਪੜੇ ਦੀ ਹੋਵੇ, ਤੇ ਜਾਂ ਫਿਰ ਸਰੀਰਕ शोषण ਦੀ ਹੋਵੇ। वैसे बिफोर वी टुक द ब्रेक वी आर टॉकिंग अबाउट कि किस तरह से सरी में इस सेक्स वर्क जो है, सेक्स वर्कर्स जो है उनकी गिनती बढ़ी जा रही है। जी, एंड वी डिड टॉक अबाउट कि प्राइवेट होम्स जो है उन्हें किस तरह से इस्तेमाल किया जाता है, हाउ प्राइवेट होम्स आर बीइंग यूज्ड, और लड़कियां किस तरह से सप्लाई किया जा रहा है। कहते कि यंग गर्ल्स, वेरी गुड लुकिंग गर्ल्स, स्मार्ट गर्ल्स, जिनको रिक्रूट किया जाता है, एक हाउस है लाइक बिग ह्यूज हाउस, और उस घर में ये लड़कियों को रखा जाता है, और ये लड़कियों को अच्छे पैसे भी दिया जाता है। ये भी पता चला है कि पैसे भी बहुत अच्छी दी जा रही है। तो फिर उनकी एक डाटा है जो बनाते हैं, फिर वो बाहर के जो लड़के हैं, जो ट्रेड्समैन है या बिजनेसमैन है, उनको रिक्रूट किया जाता है उस लिस्ट में। फिर उन्हें फ़ोन किया जाता है, उनसे पूछा जाता है कि तुम्हें किस तरह की लड़की चाहिए, what kind of girl do you want, कितनी उम्र की चाहिए, how should they be looking, क्या उन्हें ड्रिंक्स वगैरह करना चाहिए, नहीं करना चाहिए, थिंग्स लाइक दैट। सो उस हिसाब से फिर वो लड़कियां सप्लाई की जाती है। इस तरह के रिपोर्ट्स हमारे पास कई आए हैं, कई लोगों ने फ़ोन करके बताया है कि इस तरह के घर बने हुए हैं, अच्छे अच्छे नाम दिए गए हैं उन घरों को, कोठा भी कहा जा रहा है उन्हें, और कहते कि ये लड़कियां जो है ये यंग लड़कियां हैं, वेरी यंग गर्ल्स, जिनको सप्लाई किया जाता है। और साथ में ये भी पता चला है कि बैकग्राउंड जो है इनका, जो ये काम किया जा रहा है, उनमें भी औरतें शामिल है। सो दीज काइंड ऑफ न्यूज़ डू कम आउट टू अस, और हमें बताया जाता है कि जो लड़के हैं, जो क्लाइंट्स हैं उनके, वो कैसे ढूंढते हैं, उनके नंबर्स ले लेते हैं, कहीं से उन्हें ये इन्फॉर्मेशन मिलती है, फिर उनको फ़ोन किया जाता है, उनसे पूछा जाता है कि तुम्हें इस तरह की लड़की चाहिए, किस तरह की लड़की चाहिए, एंड देन दे हैव दैम कि चलो तुम्हें $1000 लगेगा, $2000 लगेगा एक रात बिताने के लिए। और $2000 में से वो जो लड़कियां हैं उनको कितने पैसे मिलते हैं, फिर वो जो ये काम करवाते हैं सारे पैसे उनके पास जाते हैं, हाउ दिस थिंग्स आर वर्किंग आउट। तो ये एक जो स्कीम है वो खेला जा रहा है, और ये हमारे खुद के शहर सरी में हुई जा रही है। सो दिस इज़ समथिंग विच हैज़ बीन डेवलप्ड इन द लास्ट ईयर और सो। बस आही कमी रह गई सीगी। हाँ जी, वो कहते हैं कि क्लाइंट्स जो है वो भी, लड़के जो है वो मैरिड, अनमैरिड भी है, मैरिड भी है, और कहते हैं एज ओल्ड एज ग्रैंडफादर्स भी है, जो इस तरह के बिजनेसेस में एसोसिएटेड है, क्लाइंट्स है। वो पैसे देते हैं, पैसे के बदले में वो जो बाई करते हैं, दैट्स व्हाट दे वांट एंड दैट्स व्हाट दे गेट। इस तरह के जब हम बातें सुनते हैं, इट डज रियली बॉदर अस, डजंट इट? ਇਹ ਜਿਉਂ-ਜਿਉਂ ਨਾ ਅੱਛਾ ਨਾ ਤੁਸੀਂ ਦੇਖਿਓ ਜਿਸਮ ਫਰੋਸ਼ੀ ਦੀਆਂ, ਹਾਂਜੀ, ਜਿਉਂ-ਜਿਉਂ ਕਾਰਗੁਜ਼ਾਰੀਆਂ ਵੱਧਦੀਆਂ ਕਿਸੇ ਵੀ ਸਮਾਜ ਦੇ ਵਿੱਚ, ਉੱਥੇ ਨੈਤਿਕਤਾ ਘਟਦੀ ਜਾਂਦੀ ਹੈ। ਇਹ ਸਾਨੂੰ ਮੰਨਣਾ ਪਏਗਾ। ਸਮਾਜਿਕ ਰਿਸ਼ਤੇ, ਪਿਆਰ ਮੁਹੱਬਤਾਂ ਦੀ ਜਿਹੜੀ ਸਾਂਝ ਹੈ, ਉਹਦੀ ਵਿਕਰੀ ਜਦੋਂ ਹੋਣੀ ਸ਼ੁਰੂ ਹੋ ਜਾਵੇ, ਹੁਣ ਤੱਕ ਤਾਂ ਅਸੀਂ ਇੱਕ ਗੱਲ ਦਾ ਚਰਚਾ ਅਕਸਰ ਹੁੰਦਾ ਸੀ ਪ੍ਰੋਗਰਾਮਾਂ ਦੇ ਵਿੱਚ, ਆਸ਼ਾ ਨਾਲ ਜਿਹੜਾ ਬੋਲਿਆ ਜਾਂਦਾ ਸੀ, ਦੇਖੋ ਜੀ ਇਹ ਤਾਂ ਸਿਰਫ ਰਿਸ਼ਤੇ ਜਿਹੜੇ ਨੇ ਉਹ ਪੈਸੇ ਨਾਲ ਹੀ ਸੰਬੰਧਿਤ ਰਹਿ ਗਏ, ਬਸ ਪੈਸਿਆਂ ਨਾਲ ਹੀ ਰਹਿ ਗਏ, ਜਿਹਦੇ ਰਿਸ਼ਤੇਦਾਰ ਕੋਲ 4 ਪੈਸੇ ਹੈਗੇ ਉਹਦੇ ਨਾਲ ਹੀ ਸਾਰੇ ਸੰਬੰਧ ਨੇ, ਦੂਸਰਿਆਂ ਨਾਲ ਨਹੀਂ। ਅਗਲਾ ਨਿਘਾਰ ਹੈ ਇਹ ਕਿ ਤੁਸੀਂ ਆਪਣੇ ਮੋਸਟ ਇੰਟੀਮੇਟ ਮੂਮੈਂਟਸ ਨੇ ਜਿਹੜੀਆਂ, ਉਹਨਾਂ ਨੂੰ ਸ਼ੇਅਰ ਕਰਨ ਦੇ ਲਈ ਕਿਸੇ ਨੂੰ ਤੁਸੀਂ ਖਰੀਦਦੇ ਹੋ। ਸਮਾਜਿਕ ਨਜ਼ਰੀਆ ਕਿੱਥੇ ਆ? ਇਹਦਾ ਮਤਲਬ ਇਹ ਇੱਕ ਚੀਜ਼ ਆਸ਼ਾ ਨਾ ਬੜੀ ਕਲੀਅਰ ਦੱਸ ਰਿਹਾ, ਜਿਹੜੀ ਮੈਂ ਹਿਊਮਨ ਸਾਈਕੋਲੋਜੀ ਦੇ ਪੱਖ ਤੋਂ ਦੇਖਦੀ ਹਾਂ। ਇਹਦਾ ਮਤਲਬ ਅੱਜ ਦਾ ਜਿਹੜਾ ਮਨੁੱਖ ਹੈ ਉਹ ਮੋਰਲੀ ਤੇ ਇਮੋਸ਼ਨਲੀ ਇੰਨਾ ਜ਼ਿਆਦਾ ਬੈਂਕਰਪਟ ਹੋ ਗਿਆ
ਕਿ ਉਸ ਨੂੰ ਆਪਣੀਆਂ ਸਰੀਰਕ ਕਾਮਕ ਰੁਚੀਆਂ ਦੀ ਪੂਰਤੀ ਦੇ ਲਈ ਕਿਸੇ ਦਾ ਵਕਤ ਖਰੀਦਣਾ ਪਵੇ। ਇਹ ਆਪਣੇ ਆਪ ਤੇ ਮੇਰੀ ਨਿਗਾਹ ਦੇ ਵਿੱਚ ਤਾਂ ਇਹ ਆਪਣੇ ਆਪ ਦੇ ਵਿੱਚ ਐਲਾਨਨਾਮਾ ਹੈ ਕਿ ਮੈਂ ਕਿਸੇ ਨੂੰ ਵੀ ਪ੍ਰਭਾਵਿਤ ਕਰਨ ਦੇ ਵਿੱਚ ਨਾਕਾਮਯਾਬ ਹਾਂ। ਮੈਂ ਕਿਸੇ ਨਾਲ ਵੀ ਪਿਆਰ ਮੁਹੱਬਤ ਵਾਲਾ ਰਿਸ਼ਤਾ ਬਣਾਉਣ ਤੇ ਸਥਾਈ ਰੱਖਣ ਦੇ ਵਿੱਚ ਨਾਕਾਮਯਾਬ ਇਨਸਾਨ ਹਾਂ। ਇਸ ਕਰਕੇ ਆਪਣੀਆਂ ਵਕਤੀ ਕਾਮਕ ਰੁਚੀਆਂ ਦੀ ਪੂਰਤੀ ਦੇ ਲਈ ਮੈਂ ਕਿਸੇ ਨੂੰ ਖਰੀਦਣ ਦੀ ਕੋਸ਼ਿਸ਼। Didi, this is not what we are actually I go too deep talking about. Sex workers बनते क्यों है? लड़कियों की मजबूरी क्या है? जी, कोई अपने जिस्म ऐसे सैल नहीं करना चाहते, कोई अपने खूबसूरती को बर्बाद इस तरह नहीं करना चाहते। there must be a reason behind it. How they are recruited, किस तरह से रिक्रूट किया जाता है? Are they friends of friends? किस तरह से लड़कियां जो यंग कॉलेज स्टूडेंट्स है, यूनिवर्सिटी स्टूडेंट्स है, उनको पैसे की ज़रूरत क्यों हो गई? किस वजह से उन्हें पैसे की ज़रूरत है? Is there something that कि इतना ज़्यादा ज़रूरत पड़ गई है कि they have started selling their जिस्म सेल करना शुरू कर दिए to earn that money? इन्फ्लेशन के वजह से लोग अपने आप को खाना नहीं प्रोवाइड कर पा रहे, अपने फैमिली को नहीं फूड वाटर शेल्टर प्रोवाइड कर सकते हैं। There is a lot of many reasons. Do they want to pay for their university fees जो वो इकट्ठे नहीं कर सकते हैं? कोई लड़की है जो पढ़ना चाहती है लेकिन पैसे नहीं है, पेरेंट्स आर नॉट दैट रिच, दे कैन नॉट अफोर्ड इट, सरकार की तरफ से उन्हें मदद नहीं मिल रही है। So what do they, easy money कहाँ से मंगाते? They don't want to go into selling drugs, they don't want to be involved with drugs. Is this a easy way to sell your body to have to collect that money? ये भी सोचने वाली बात है कि कारण क्या है, लड़कियां सेक्स वर्क की तरफ क्यों जा रहे हैं? What are the reasons behind it? तो it's very easy to judge these sex workers, but उनके पीछे उनके क्या प्रॉब्लम्स है, इसको समझने के लिए कौन आएगा, कौन सोचेगा? जब हम ये तरह की बातें सुनते हैं तो वी गेट अपसेट, वी गेट, जिस तरह से अभी आप यू वेंट इनटू द डीप डिस्कशन ऑन इट। दिस इज नॉट व्हाट वी वांट। वी वांट कि ये लड़कियां इस रास्ते में जाते क्यों हैं? व्हाई डू दे मेक दिस चॉइस? रीजन क्या है? हाउ कैन वी हेल्प देम विद दिस? हाउ कैन वी हेल्प देम टू गो एंड सेल देयर बॉडी टू अदर पीपल टू कलेक्ट मनी? ये मेन रीज़न होना चाहिए, मेन फोकस होना चाहिए हमारे कि हम उन्हें रोक कैसे सकते। जिस तरह से हमने कहा कि सेक्स वर्क इज, इट्स नॉट इलीगल टू बी अ प्रोस्टिट्यूट, बट it's a crime if the third party is recruiting you and selling your body to another person, and that's a crime. लेकिन इसको हम कैसे रोक सकते हैं? How are we gonna stop this? सरकार के दरवाजे खटखटाने से कुछ फ़ायदा नहीं होता, नहीं मिलता कुछ, you don't get anything out of it. इन लड़कियों को किस तरह से अपने जिस्म बेचने के लिए हम रोक सकते हैं? This is something that we should be focusing on. कोई अपने आप को जाकर अपने से अपने नाना की उम्र के आदमियों को अपना जिस्म नहीं बेचना चाहती है, बट कोई तो मजबूरी होगी कि दे आर डूइंग दिस, देयर मस्ट बी अ रीजन बिहाइंड इट। कोई खुश होकर तो नहीं अपने आप को सेल करेगी इस तरह से। ਇਹ ਸਵਾਲ ਆਸ਼ਾ ਨਾ ਬਾਰ-ਬਾਰ ਉੱਠਦਾ ਹੈ ਜੀ, ਬਾਰ-ਬਾਰ ਉੱਠਦਾ ਹੈ ਤੇ ਨਾਲ ਦੀ ਨਾਲ ਕੁਝ ਕੁ ਲੋਕ ਇਹ ਵੀ ਕਿਤਤਵਾਜੀ ਕਰਦੇ ਆ, ਲਓ ਆਪਣੀ ਮਰਜ਼ੀ ਹੈ। ਮਰਜ਼ੀ ਤੇ ਮਜਬੂਰੀ ਦੇ ਵਿੱਚ ਫਰਕ ਹੁੰਦਾ ਹੈ, ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਮਜਬੂਰੀ ਦੇ ਅੰਤਰਗਤ ਦਰਸਾਈ ਗਈ ਜਿਹੜੀ ਮਰਜ਼ੀ ਹੈ ਨਾ, ਔਰ ਉਹਨੂੰ ਐਕਸਪਲੋਇਟ ਕਰਨ ਵਾਲਾ ਮਨੁੱਖੀ ਕਦਰੋ ਕੀਮਤਾਂ ਦੇ ਆਧਾਰ ਦੇ ਉੱਤੇ ਕ੍ਰਿਮੀਨਲ ਹੁੰਦਾ ਹੈ। ਤੁਸੀਂ ਇੱਕ ਨੁਕਤਾ ਫੜਿਆ ਜਿਹੜਾ ਕਿ ਵੱਡਾ ਕਾਰਨ ਮੰਨਿਆ ਅੱਜ ਦੇ ਯੁੱਗ ਦੇ ਵਿੱਚ ਮੰਨਣਾ ਪਏਗਾ ਸਾਨੂੰ, ਇਨਫਲੇਸ਼ਨ, ਜਿਹੜੀ ਮਹਿੰਗਾਈ ਦੀ ਐਡੀ ਜ਼ਿਆਦਾ ਵੱਡੀ ਦਰ ਹੈ, ਜਿਹੜੀ ਕਿ ਰਿਲਾਇਬਲ ਨਹੀਂ ਰਿਹਾ ਕਿ ਕੋਈ ਵੀ ਵਿਅਕਤੀ ਹੈ ਜਿਹੜਾ ਉਹ